ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆਸਿਰ ਬਾੜੀ। ਰਤਨਾ ਰਤਨ ਪਦਾਰਥ, ਬਹੁ ਸਾਗਰ ਭਰਿਆ ਰਾਮ। ਬਾਣੀ ਗੁਰ ਬਾਣੀ ਲਾਗੇ, ਤਿਨ ਹੱਥ ਚੜਿਆ ਰਾਮ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾਲੋ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਲੈ ਸ਼ਾਹ। ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵਿਸਾਹ। ਵਾਹਿਗੁਰੂ ਜੀ ਜੈਤ ਸ੍ਰੀ ਮਹੱਲਾ ਪੰਜਵਾ। ਵਾਰ ਸਲੋਕਾ ਨਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸਲੋਕ ਆਦਿ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰਹਿ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ਰਹਿ। ਆਦਿ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰਹਿ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ਰਹਿ। ਵੇਖਣ ਸੁਣਨ ਸੁਨਾਮਨੋ, ਮਨ ਮਹਿ ਦ੍ਰਿੜੀਐ ਸਾਚ। ਪੂਰ ਰਹਿਓ ਸਰਬਤਰ ਮੈਂ, ਨਾਨਕ ਹਰ ਰੰਗ ਰਾਚ। ਪੌੜੀ ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ। ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਖਿਨ ਮਹਿ ਥਾਪ ਥਾਪਦਾ, ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਮੰਡ ਪਾਤਾਲ ਦੀਪ, ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ
ਧੰਨ ਧੰਨ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰਿਓ, ਵਡਭਾਗੀ ਜਨ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਦੀ ਇਹ ਪ੍ਰਾਪਤੀ ਹੋ ਰਹੀ ਹੈ। ਅੰਮ੍ਰਿਤ ਵੇਲੇ ਤੋਂ ਕਈ ਗੁਰਮੁਖ ਪਿਆਰੇ ਹਾਜ਼ਰੀਆਂ ਭਰ ਰਹੇ ਹਨ। ਸਤਿਗੁਰਾਂ ਦੇ ਪ੍ਰਕਾਸ਼ ਤੋਂ ਉਪਰੰਤ ਨਾਮ ਸਿਮਰਨ ਜਾਪ, ਪੰਜ ਬਾਣੀਆਂ ਦਾ ਨਿਤਨੇਮ ਅਤੇ ਗੁਰੂ ਕੀ ਬਾਣੀ ਸ੍ਰੀ ਆਸਾ ਕੀ ਵਾਰ ਦੇ ਸੰਪੂਰਨ ਕੀਰਤਨ ਸਰਵਣ ਕੀਤਾ ਹੈ। ਉਹ ਵਡਭਾਗੀ ਪੁਰਸ਼ ਹਨ ਜੋ ਰੋਜ਼ਾਨਾ ਹੀ ਗੁਰੂ ਸਾਹਿਬ ਜੀ ਦੇ ਆਣ ਕੇ ਦਰਸ਼ਨ ਕਰਕੇ ਬਾਣੀ ਸੁਣਦੇ ਹਨ, ਕੀਰਤਨ ਕਥਾ ਵੀ ਸੁਣਦੇ ਹਨ ਅਤੇ ਦਿੱਤੇ ਹੋਏ ਸਵਾਸਾਂ ਨੂੰ, ਪੂੰਜੀ ਨੂੰ, ਜਿਹੜੀ ਵਾਹਿਗੁਰੂ ਪਰਮਾਤਮਾ ਨੇ ਇਹ ਸਵਾਸ ਦਿੱਤੇ ਨੇ, ਉਹਨੂੰ ਸਫਲੇ ਕਰ ਰਹੇ ਹਨ ਅਤੇ ਉਹਨਾਂ ਦੀਆਂ ਜਿਹੜੀ ਹਾਜ਼ਰੀ ਹੈ ਉਹ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਰਹੀ ਹੈ ਅਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ। ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੁੜ ਰਹੇ ਹਨ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਜਿਹੜੀ ਬਾਣੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬਾਣੀ ਹੈ, ਧੁਰ ਦਰਗਾਹੋਂ ਆਈ ਹੈ। ਜਿਹੜਾ ਇਸ ਨਾਲ ਜੁੜ ਜਾਂਦਾ ਹੈ ਉਹਦੀਆਂ ਚਿੰਤਾਵਾਂ ਵੀ ਮਿਟ ਜਾਂਦੀਆਂ ਨੇ ਅਤੇ ਇਹ ਬਾਣੀ ਦਰਗਾਹ ਦੇ ਵਿੱਚ ਲੈ ਜਾਂਦੀ ਹੈ। ਜਿਹੜਾ ਜੁੜ ਜਾਵੇ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਬਿਰਾਜਮਾਨ ਹਨ। ਦੀਵਾਨ ਲੱਗਿਆ ਹੋਇਆ ਹੈ ਅਤੇ ਉੱਥੇ ਇੱਕ ਸਾਧੂ ਆਇਆ ਹੈ, ਮੱਥਾ ਟੇਕਿਆ ਅਤੇ ਉਹ ਥੋੜ੍ਹਾ ਸਮਾਂ ਉੱਥੇ ਬੈਠਿਆ। ਦੀਵਾਨ ਦੀ ਉਹਨੇ ਮੱਥਾ ਕੀ ਟੇਕਿਆ, ਸਤਿਗੁਰਾਂ ਨੂੰ ਖੰਭ ਭੇਟ ਕੀਤੇ ਹਨ। ਉਹ ਹਮਾਊਂ ਪੰਛੀ ਦੇ ਖੰਭ ਸਨ ਜੋ ਗੁਰੂ ਸਾਹਿਬ ਜੀ ਨੂੰ ਉਸ ਸਾਧੂ ਨੇ ਭੇਟ ਕੀਤੇ ਹਨ। ਦੀਵਾਨ ਦੀ ਸਮਾਪਤੀ ਹੋਈ ਹੈ। ਉਹ ਸਾਧੂ ਗੁਰੂ ਸਾਹਿਬ ਜੀ ਨੂੰ ਮਿਲ ਕੇ ਵਾਪਸ ਜਾ ਰਿਹਾ ਅਤੇ ਉਹ ਸਾਧੂ ਦੇ ਨਾਲ ਸਤਿਗੁਰਾਂ ਨੇ ਦੋ ਸਿੰਘ ਵੀ ਭੇਜੇ ਕਿ ਇਸ ਨੂੰ ਵਿਦਾ ਕਰਕੇ ਆਓ ਅਤੇ ਉਹ ਸਾਧੂ ਥੋੜ੍ਹਾ ਦੂਰ ਅੱਗੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਜਿਹੜੇ ਸਿੰਘ ਨਾਲ ਗਏ ਸੀ, ਥੋੜ੍ਹਾ ਜਿਹਾ ਉਹ ਅੱਗੇ ਗਿਆ ਅਤੇ ਸਿੰਘ ਵਾਪਸ ਨੂੰ ਆ ਰਹੇ ਨੇ ਅਤੇ ਜਦੋਂ ਪਿੱਛੇ ਨੂੰ ਦੇਖਿਆ ਅਤੇ ਉਹ ਸਾਧੂ ਜਦੇ ਹੀ ਅਲੋਪ ਹੋ ਗਿਆ। ਜਿਹੜੇ ਖੰਭ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੂੰ ਉਹ ਸਾਧੂ ਨੇ ਭੇਟ ਕੀਤੇ ਸਨ, ਉਹਨਾਂ ਸਾਧੂਆਂ ਉਹ ਖੰਭਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੰਘ ਦੀ ਡਿਊਟੀ ਲਾਈ ਹੈ ਕਿ ਜਿੱਥੇ ਆਪਣ ਸ਼ਾਸਤਰ ਬਣਦੇ ਨੇ, ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜਿੱਥੇ ਹਰ ਇੱਕ ਤਰ੍ਹਾਂ ਦੀ ਸੇਵਾ ਚੱਲਦੀ ਹੁੰਦੀ ਸੀ, ਉੱਥੇ ਸ਼ਾਸਤਰਾਂ ਵਾਲੇ ਕਾਰੀਗਰ ਵੀ ਜਿਹੜੇ ਹਥਿਆਰ ਬਣਾਉਂਦੇ ਸੀ ਉਹ ਵੀ ਮੌਜੂਦ ਸਨ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਡਾ ਵੱਡਾ 14 ਜੰਗਾਂ ਕੀਤੀਆਂ ਨੇ ਪਹਾੜੀਆਂ ਨਾਲ, ਤੁਰਕਾਂ ਦੇ ਨਾਲ, ਅਤੇ ਸੱਚੇ ਪਾਤਸ਼ਾਹ ਜੀ ਨੂੰ ਇੰਨਾ ਚਿਰ ਲੰਬਾ ਘੇਰਾ ਪਿਆ ਰਿਹਾ ਕਿਉਂਕਿ ਸ਼ਾਸਤਰਾਂ ਤੋਂ ਬਿਨਾਂ ਤਾਂ ਲੜਾਈ ਨਹੀਂ ਹੁੰਦੀ ਨਾ। ਅਤੇ ਉੱਥੇ ਕਾਰੀਗਰ ਵੀ ਸੱਚੇ ਪਾਤਸ਼ਾਹ ਜੀ ਨੇ ਸ਼ਾਸਤਰ ਬਣਾਉਣ ਵਾਲੇ ਰੱਖੇ ਸਨ ਅਤੇ ਸ਼ਾਸਤਰ ਵੀ ਬਣਾਉਂਦੇ ਨੇ। ਅਤੇ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਸਿੰਘ ਦੀ ਡਿਊਟੀ ਲਾਈ ਹੈ ਕਿ ਇਹਨਾਂ ਖੰਭਾਂ ਨੂੰ ਤੀਰਾਂ ਦੇ ਨਾਲ ਜੜਵਾ ਦਿੱਤਾ ਜਾਵੇ
ਤੇ ਫਿਰ ਉਸ ਤੋਂ ਬਾਅਦ ਸਾਡੇ ਪਾਸ ਲੈ ਆਉਣਾ। ਤੇ ਜਦੋਂ ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮ ਕੀਤਾ, ਡਿਊਟੀ ਲਾਈ, ਤੇ ਇੱਕ ਸਿੰਘ ਨੇ ਉਹ ਜਿਹੜੇ ਤੀਰ ਉਹ ਸਾਧੂ ਖੰਭ ਭੇਟ ਕਰਕੇ ਗਿਆ ਸੀ ਤੇ ਉਹਨਾਂ ਨੂੰ ਜੜਵਾ ਕਰਕੇ ਕਲਗੀਧਰ ਪਾਤਸ਼ਾਹ ਦੇ ਪਾਸ ਲੈ ਕੇ ਆਇਆ। ਤੇ ਸੱਚੇ ਪਾਤਸ਼ਾਹ ਜੀ ਨੇ ਸਾਰੇ ਸਿੰਘਾਂ ਨੂੰ ਹੁਕਮ ਕੀਤਾ ਕਿ ਆਪਾਂ ਖੁੱਲ੍ਹੇ ਮੈਦਾਨ ਦੇ ਵਿੱਚ ਜਾਣਾ ਹੈ। ਸਾਰਿਆਂ ਨੂੰ ਹੁਕਮ ਹੋਇਆ ਹੈ। ਸ਼ਾਸਤਰ ਬਸਤਰ ਸਜਾ ਕੇ ਸਾਰੇ ਸਿੰਘ ਅਤੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਖੁੱਲ੍ਹੇ ਮੈਦਾਨ ਦੇ ਵਿੱਚ ਗਏ ਹਨ। ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜੇ ਸਾਧੂ ਹਮਾਊਂ ਪੰਛੀ ਭੇਟ ਦੇ ਖੰਭ ਜਿਹੜੇ ਭੇਟ ਕਰਕੇ ਗਿਆ ਸੀ, ਤੀਰਾਂ ਦੇ ਨਾਲ ਜੁੜ ਗਏ ਨੇ। ਤੇ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਹੁਕਮ ਕੀਤਾ ਕਿ ਇਹ ਸਿੰਘੋ, ਆਹ ਜਿਹੜੇ ਤੀਰ ਹਨ ਅਸੀਂ ਆਕਾਸ਼ ਵੱਲ ਵਾਰੀ ਤੀਰ ਅਸੀਂ ਆਕਾਸ਼ ਨੂੰ ਛੱਡਾਂਗੇ ਤੇ ਤੁਸੀਂ ਧਿਆਨ ਰੱਖਣਾ ਕਿ ਇਹ ਤੀਰ ਵਾਪਸ ਕਿੱਥੇ ਡਿੱਗਦੇ ਨੇ। ਇਸ ਗੱਲ ਦਾ ਤੁਸੀਂ ਖਿਆਲ ਰੱਖਣਾ ਤੇ ਸਾਨੂੰ ਦੱਸਣਾ। ਅਸੀਂ ਵਾਰੀ ਇਹ ਤੀਰ ਆਕਾਸ਼ ਵੱਲ ਛੱਡਣੇ ਹਨ। ਸਾਰੇ ਸਿੰਘ ਥੋੜ੍ਹੀ ਦੂਰ ਦੇ ਵਿੱਚ ਤੇ ਖੜ੍ਹ ਗਏ ਕਿ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਹੁਕਮ ਕੀਤਾ ਹੈ, ਇਹ ਜੋ ਤੀਰ ਆਕਾਸ਼ ਵੱਲ ਛੱਡਣੇ ਹਨ ਤੇ ਉਹਨਾਂ ਦਾ ਖਿਆਲ ਰੱਖਣਾ। ਸਾਰੇ ਹੁਣ ਟਿਕੀ ਲਗਾ ਰਹੇ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਆਪਣਾ ਜਿਹੜਾ ਤੀਰ ਕਮਾਨ ਸੀ, ਜਿਹਦੇ ਵਿੱਚ ਜਿਹੜਾ ਕਮਾਨ ਹੁੰਦਾ, ਜਿਹਦੇ ਵਿੱਚ ਤੀਰ ਪਾ ਕੇ ਤੇ ਉਹਨੂੰ ਜ਼ੋਰ ਲਾ ਕੇ ਤੇ ਉਸ ਨੂੰ ਫਿਰ ਚਲਾਇਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਸੰਤ ਸੀ, ਉੱਥੇ ਸਿਪਾਹੀ ਵੀ ਨਾਲ ਸ਼ਾਸਤਰਾਂ ਦੇ ਵੀ ਧਨੀ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਜਦੋਂ ਜੰਗ ਹੋਏ ਨੇ, ਮਹਾਰਾਜ ਨੇ ਆਪ ਉਹਦੇ ਵਿੱਚ ਹਿੱਸਾ ਪਾਇਆ, ਆਪ ਲੜੇ ਨੇ ਅੱਗੇ ਹੋ ਕੇ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਜਿਹੜਾ ਤੀਰ ਕਮਾਨ ਦੇ ਵਿੱਚ ਚਾੜਿਆ, ਇੱਕ ਤੀਰ ਛੱਡਿਆ ਅਸਮਾਨ ਦੇ ਵੱਲ, ਛੂਕਦਾ ਹੋਇਆ ਅਸਮਾਨ ਦੇ ਉੱਪਰ ਗਿਆ, ਪਰ ਉਹ ਤੀਰ ਵਾਪਸ ਨਹੀਂ ਆਇਆ। ਫਿਰ ਦੂਜੇ ਕਮਾਨ ਦੇ ਵਿੱਚ ਦੂਜਾ ਤੀਰ ਫਿੱਟ ਕੀਤਾ ਹੈ ਤੇ ਉਸ ਤੀਰ ਨੂੰ ਅਸਮਾਨ ਦੇ ਵੱਲ ਛੂਕਦਾ ਉੱਪਰ ਨੂੰ ਉਸ ਤੀਰ ਨੂੰ ਚੜ੍ਹਾਇਆ, ਉਹ ਵੀ ਵਾਪਸ ਨਹੀਂ ਆਇਆ। ਇਸੇ ਤਰ੍ਹਾਂ ਵਾਰੀ ਸੱਚੇ ਪਾਤਸ਼ਾਹ ਜੀ ਨੇ 4-5 ਤੀਰ ਅਸਮਾਨ ਵੱਲ ਛੱਡੇ ਤੇ ਉਹ ਵਾਪਸ ਨਹੀਂ ਆਏ। ਸਾਰੇ ਸਿੰਘ ਟਿਕੀਆਂ ਲਗਾ ਕੇ ਦੇਖ ਰਹੇ ਨੇ ਕਿ ਇਹ ਤੀਰ ਕਿੱਥੇ ਡਿੱਗਦਾ। ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਰਾਜ ਜੀ ਖੁਸ਼ੀ ਪ੍ਰਾਪਤ ਕਰਾਂਗੇ ਜੋ ਸਾਨੂੰ ਹੁਕਮ ਲਾਇਆ ਸੀ। ਪਰ ਉਹ ਜਿਹੜੇ ਤੀਰ ਸਨ ਉਹ ਵਾਪਸ ਨਹੀਂ ਸੀ ਆਉਣੇ। ਉਹ ਤੀਰ ਕਿੱਥੇ ਚਲੇ ਗਏ ਕਿਸੇ ਨੂੰ ਕੋਈ ਨਹੀਂ ਪਤਾ। ਪਰ ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਹਿ ਰਹੇ ਹਨ ਕਿ ਅਸੀਂ ਤੁਹਾਨੂੰ, ਇਹ ਇੱਕ ਪ੍ਰਮਾਣ ਹੈ, ਤੁਹਾਨੂੰ ਭਾਵੇਂ ਇਹਨਾਂ ਤੀਰਾਂ ਨਾਲ ਕੋਈ ਆਪਣਾ ਸੰਬੰਧ ਨਹੀਂ, ਪਰ ਇਹ ਇੱਕ ਦ੍ਰਿਸ਼ਟਾਂਤ ਦੇ ਕੇ ਤੁਹਾਨੂੰ ਸਮਝਾਉਣਾ ਇਹਦੇ ਵਿੱਚ ਕੀ ਰਾਜ ਹੈ। ਜਿਹੜੇ ਉਹ ਹਮਾਨੂੰ ਪੰਛੀ ਦੇ ਜਿਹੜੇ ਖੰਭ ਸੀ ਉਹ ਆਮ ਖੰਭ ਨਹੀਂ ਸੀ, ਤੇ ਜਿਹੜਾ ਸਾਧੂ ਇਹ ਖੰਭ ਸਾਨੂੰ ਭੇਟ ਕਰਕੇ ਗਿਆ ਉਹ ਆਮ ਕੋਈ ਵਿਅਕਤੀ ਨਹੀਂ ਸੀ। ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਇਹ ਗੱਲ ਸਮਝਾਈ ਕਿ ਉਹਨਾਂ ਤੀਰਾਂ ਦੇ ਵਿੱਚ ਇੰਨੀ ਕਰਾਮਾਤ ਸ਼ਕਤੀ ਹੈ ਕਿ ਜਿਸ ਦੇਸ਼ ਦੇ ਵਿੱਚ ਉਹ ਹਮਾਨੂੰ ਪੰਛੀ ਰਹਿੰਦਾ, ਉਹ ਤੀਰ ਉੱਥੇ ਚਲੇ ਗਏ ਨੇ। ਉਹ ਹਮਾਨੂੰ ਪੰਛੀ ਦੇ ਜਿਹੜੇ ਖੰਭ ਨੇ ਉਹਨੂੰ ਉੱਥੇ ਹੀ ਲੈ ਗਏ ਨੇ ਜਿੱਥੇ ਉਹ ਹਮਾਨੂੰ ਪੰਛੀ ਰਹਿੰਦਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਹੈ, ਇਸੇ ਤਰ੍ਹਾਂ ਜਿਵੇਂ ਉਹ ਹਮਾਨੂੰ ਪੰਛੀ ਦੇ ਤੀਰ ਜਿਹੜੇ ਫਿੱਟ ਕੀਤੇ ਸਨ, ਉਹ ਖੰਭ ਉੱਥੇ ਹੀ ਤੀਰਾਂ ਨੂੰ ਲੈ ਗਏ। ਇਹ ਜਿਹੜੀ ਜਿਸ ਦੇਸ਼ ਦੇ ਵਿੱਚ ਉਹ ਰਹਿੰਦਾ ਸੀ, ਇਹ ਬਾਣੀ ਵੀ ਸੱਚੇ ਪਾਤਸ਼ਾਹ ਜੀ ਸਮਝਾਉਣ ਲੱਗੇ ਕਿ ਇਹ ਬਾਣੀ ਵੀ ਜਿਸ ਦੇਸ਼ ਤੋਂ ਆਈ ਹੈ, ਧੁਰ ਦਰਗਾਹੋਂ ਇਹ ਅਕਾਲੀ ਬਾਣੀ, ਅਕਾਲ ਪੁਰਖ ਦੀ ਰੱਬੀ ਬਾਣੀ,
ਉਸ ਵਾਹਿਗੁਰੂ ਅਕਾਲ ਪੁਰਖ ਦੀ ਬਾਣੀ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਅਕਾਲ ਪੁਰਖ ਦੀ ਬਾਣੀ ਧੁਰ ਦਰਗਾਹੋਂ ਸਾਨੂੰ ਆਉਂਦੀ ਇਹ ਹੁਕਮ ਆਉਂਦਾ ਹੈ ਅਤੇ ਉਹ ਤੈਸੜਾ ਕਰੀ ਗਿਆਨ ਵੇ ਲਾ ਲਓ। ਅਸੀਂ ਜਿਹੜਾ ਉਹ ਗੁਰਬਾਣੀ ਦਾ ਜਿਹੜਾ ਗਿਆਨ ਹੈ ਉਹ ਸੰਗਤਾਂ ਦੇ ਵਿੱਚ ਵੰਡਦੇ ਹਾਂ। ਇਹ ਧੁਰ ਦਰਗਾਹੋਂ ਦਾ ਹੁਕਮ ਹੈ, ਧੁਰ ਦਰਗਾਹੋਂ ਦਾ ਫਰਮਾਨ ਹੈ। ਇਹ ਬਾਣੀ ਅਕਾਲ ਪੁਰਖ ਦੀ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਇ। ਗੁਰਬਾਣੀ ਆਪ ਹੀ ਅਕਾਲ ਰੂਪ ਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਬਾਣੀ ਧੁਰ ਦਰਗਾਹੋਂ ਆਈ ਹੈ। ਜਿਹੜਾ ਇਸ ਗੁਰਬਾਣੀ ਦੇ ਨਾਲ ਜੁੜ ਜਾਵੇਗਾ, ਇਕਾਗਰ ਹੋ ਜਾਵੇਗਾ, ਜਿਹੜੀ ਬਾਣੀ ਸਾਨੂੰ ਅਕਾਲ ਪੁਰਖ ਨੇ ਭੇਜੀ ਹੈ, ਪਰ ਉਹਦਾ ਇਹ ਕਿੱਥੇ ਲੈ ਜਾਵੇਗੀ ਬਾਣੀ? ਜਿਸ ਦਰਗਾਹੋਂ ਇਹ ਬਾਣੀ ਆਈ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਧੁਰ ਦਰਗਾਹੋਂ ਬਾਣੀ ਆਈ ਹੈ। ਗੁਰੂ ਸਾਹਿਬ ਜੀ ਨੇ ਜਿਹੜੀ ਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ, ਅਤੇ ਇਹ ਬਾਣੀ ਨਾਲੇ ਤਾਂ ਜਿਹੜਾ ਇਹਦੇ ਨਾਲ ਜੁੜ ਜਾਵੇ ਉਸ ਦੀਆਂ ਜਿਹੜੀਆਂ ਚਿੰਤਾਵਾਂ ਹਨ ਉਹ ਸਾਰੀਆਂ ਖਤਮ ਹੋ ਜਾਂਦੀਆਂ ਨੇ, ਮਿਟ ਜਾਂਦੀਆਂ ਹਨ ਅਤੇ ਅਡੋਲ ਹੋ ਜਾਂਦਾ, ਥਿੜਕਦਾ ਨਹੀਂ ਜਿਹੜਾ ਬਾਣੀ ਦੇ ਨਾਲ ਜੁੜ ਜਾਵੇ। ਕਹਿਣ ਤੋਂ ਭਾਵ ਤਾਂ ਸੱਚੇ ਪਾਤਸ਼ਾਹ ਜੀ ਦਾ ਇਹ ਸਮਝਾਉਣ ਦਾ ਸੀ ਕਿ ਤੁਸੀਂ ਜੇ ਇਸ ਬਾਣੀ ਦੇ ਨਾਲ ਜੁੜ ਜਾਵੋਗੇ ਅਤੇ ਫਿਰ ਬਾਣੀ ਤੁਹਾਨੂੰ ਅਕਾਲ ਪੁਰਖ ਦੀ ਧੁਰ ਦਰਗਾਹੋਂ ਲੈ ਜਾਵੇਗੀ। ਇਹ ਬਾਣੀ ਦੇ ਨਾਲ ਤੁਹਾਨੂੰ ਜੁੜਨਾ ਚਾਹੀਦਾ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ। ਇਹ ਗੁਰਬਾਣੀ ਸਾਨੂੰ ਸਤਿਗੁਰਾਂ ਨੇ ਬਹੁਤ ਵੱਡਾ ਅਮੋਲਕ ਖਜ਼ਾਨਾ ਬਖਸ਼ਿਸ਼ ਕੀਤਾ ਹੈ ਕਿ ਤੁਸੀਂ ਜੇ ਵਾਹਿਗੁਰੂ ਨੂੰ ਮਿਲਣਾ ਹੈ ਅਤੇ ਫਿਰ ਇਹ ਬਾਣੀ ਪੜ੍ਹ ਕੇ, ਬਾਣੀ ਦੀ ਕਥਾ ਕਰਕੇ, ਬਾਣੀ ਦਾ ਕੀਰਤਨ ਕਰਕੇ ਉਸ ਵਾਹਿਗੁਰੂ ਦੇ ਨਾਲ ਮਿਲੋ। ਵਾਹਿਗੁਰੂ ਨੂੰ ਜੇ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਹੈ, ਸੱਚੇ ਪਾਤਸ਼ਾਹ ਜੀ ਦੇ ਇਹ ਹੁਕਮ ਹੈ ਕਿ ਇਸ ਕਰਕੇ ਤੁਹਾਨੂੰ ਸਾਡੇ ਵੱਲੋਂ ਇਹ ਹਦਾਇਤ ਹੈ, ਇਹ ਹੁਕਮ ਹੈ, ਤੁਸੀਂ ਗੁਰਬਾਣੀ ਦੇ ਨਾਲ ਹੀ ਜੁੜਨਾ ਹੈ। ਅਤੇ ਇਹ ਬਾਣੀ ਜਿਹੜੀ ਪੜ੍ਹਨੀ, ਇਹ ਸਮਝੋ ਗੁਰੂ ਦੇ ਨਾਲ, ਵਾਹਿਗੁਰੂ ਦੇ ਨਾਲ ਇਹ ਗੱਲਾਂ ਕਰਨੀਆਂ, ਕਿਉਂਕਿ ਇਹ ਬਾਣੀ ਵਾਹਿਗੁਰੂ ਦੇ ਬਚਨ ਹਨ। ਗੁਰੂ ਦੇ ਮੂੰਹ ਤੋਂ ਇਹ ਜਿਹੜੇ ਬਚਨ ਉਚਾਰਨ ਕੀਤੇ ਹਨ, ਸਾਨੂੰ ਇਹ ਬਖਸ਼ਿਸ਼ ਕੀਤੀ ਹੈ। ਜਿਹੜੀ ਮਰਜ਼ੀ ਬਾਣੀ ਪੜ੍ਹ ਲਓ, ਇਹ ਮਨ ਨੂੰ ਠੰਡ ਦੇਣ ਵਾਲੀ ਹੈ ਅਤੇ ਮਨ ਨੂੰ ਸ਼ਾਂਤ ਕਰਨ ਵਾਲੀ ਹੈ ਅਤੇ ਮਨ ਹਰਿਆ ਭਰਿਆ ਹੋ ਜਾਂਦਾ ਹੈ ਜੇ ਬਾਣੀ ਦੇ ਨਾਲ ਅਸੀਂ ਜੁੜ ਜਾਵਾਂਗੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ 5 ਬਾਣੀਆਂ ਦਾ ਹੁਕਮ ਕੀਤਾ ਹੈ। ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਨਿਤਨੇਮ ਕਰਨਾ ਹੈ। ਸੌਣ ਨੂੰ ਰਹਿ ਰਸ, ਸੌਣ ਵੇਲੇ ਕੀਰਤਨ ਸੋਹਿਲੇ ਦਾ ਪਾਠ ਅਤੇ ਰਹਿਰਾਸ ਸਾਹਿਬ ਜੀ ਦਾ ਪਾਠ ਵੀ ਕਰਨਾ ਹੈ। ਇਹ ਤੁਹਾਨੂੰ ਘੱਟ ਤੋਂ ਘੱਟ ਹੁਕਮ ਹੈ, ਪਰ ਜਿੰਨਾ ਵੀ ਕੋਈ ਵੱਧ ਤੋਂ ਵੱਧ ਬਾਣੀ ਪੜ੍ਹੇਗਾ ਉਹਨੂੰ ਹੋਰ ਲਾਹਾ ਹੈ। ਹੁਣ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਫਿਰ ਗੁਰਬਾਣੀ ਦਾ ਬਹੁਤ ਅਭਿਆਸ ਕਰਦੇ ਨੇ। ਕੋਈ 25 ਪਾਠ ਜਪਜੀ ਸਾਹਿਬ ਜੀ ਦੇ ਕਰਦਾ ਹੈ ਅਤੇ ਕੋਈ 11 ਪਾਠ ਅਤੇ ਨਾਲ 5 ਗ੍ਰੰਥੀ ਦਾ ਨਿਤਨੇਮ, ਮੂਲ ਮੰਤਰ, ਵਾਹਿਗੁਰੂ ਮੰਤਰ, ਹੋਰ ਅਨੇਕਾਂ ਬਾਣੀਆਂ ਪੜ੍ਹਦੇ ਹਨ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੈ। ਇਸੇ ਤਰ੍ਹਾਂ ਸਾਨੂੰ ਬਾਣੀ ਤੋਂ ਬਿਨਾਂ ਹੋਰ ਕੋਈ ਓਟ ਆਸਰਾ ਨਹੀਂ ਜਿਹਦੇ ਨਾਲ ਸਾਡੇ ਮਨ ਨੂੰ ਟਿਕਾ ਆਵੇ, ਮਨ ਨੂੰ ਸ਼ਾਂਤੀ ਆਵੇ ਅਤੇ ਸਾਡੀਆਂ ਇੱਛਾਵਾਂ ਪੂਰੀਆਂ ਕਰਨ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੀ ਜੈਤਸਰੀ ਦੀ ਵਾਰ ਉਚਾਰਨ ਕੀਤੀ ਹੈ, ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ। ਜੈਤਸਰੀ ਮਹੱਲਾ ਪੰਜਵਾਂ। 5ਵੇਂ ਪਾਤਸ਼ਾਹ ਵਾਰ ਸਲੋਕਾਂ ਨਾਲ, ਅਤਲੇ ਸਲੋਕਾਂ ਦੇ ਸਹਿਤ ਇਹ ਸੱਚੇ ਪਾਤਸ਼ਾਹ ਜੀ ਨੇ ਇਹ ਗੁਰਬਾਣੀ ਉਚਾਰਨ ਕੀਤੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਉਹ ਅਦਵੈਤ ਸਰੂਪ ਹੈ, ਉਹ ਸਾਰਿਆਂ ਦਾ ਸਰਬ ਸ਼ਕਤੀਮਾਨ ਹੈ ਅਤੇ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਨਾਸ ਤੋਂ ਰਹਿਤ ਹੈ ਅਤੇ ਗੁਰ ਪ੍ਰਸਾਦ, ਉਹ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਹੋਰ ਕੋਈ ਕਿਸੇ ਕਿਰਪਾ ਦੇ ਨਾਲ
ਕਿਸੇ ਪਖੰਡੀ ਡੰਮੀ ਜਿਹੜੇ ਆਪੋ ਬਣੇ ਗੁਰੂ ਨੇ, ਉਹਨਾਂ ਦੀ ਕਿਰਪਾ ਦੇ ਨਾਲ, ਉਹਨਾਂ ਦੀ ਮਿਹਰ ਨਾਲ ਵਾਹਿਗੁਰੂ ਅਕਾਲ ਪੁਰਖ ਨਹੀਂ ਮਿਲਦਾ। ਜਿਹੜਾ ਸੱਚਾ ਗੁਰੂ ਹੈ ਤੇ ਉਸ ਦੀ ਕਿਰਪਾ ਹੋ ਜਾਵੇ ਤੇ ਫਿਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਹੋਰ ਜਿੰਨੇ ਮਰਜ਼ੀ ਤੂੰ ਯਤਨ ਕਰੀ ਜਾ ਤੇ ਤੈਨੂੰ ਹੋਰ ਕਿਸੇ ਮੰਤਰ ਨਾਲ ਤੈਨੂੰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦਿ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਜਦੋਂ ਇਹ ਸ੍ਰਿਸ਼ਟੀ ਨਹੀਂ ਸੀ ਸਾਜੀ ਤੇ ਉਦੋਂ ਵੀ ਵਾਹਿਗੁਰੂ ਪਰਮਾਤਮਾ ਸੱਚਾ ਸੀ। ਜੁਗਾਦ ਸੱਚ, ਜਦੋਂ ਜੁਗਾਂ ਦੀ ਪੈਦਾਸ਼ ਕੀਤੀ ਗਈ ਤੇ ਉਦੋਂ ਵੀ ਵਾਹਿਗੁਰੂ ਅਕਾਲ ਪੁਰਖ ਸੱਚਾ ਮੌਜੂਦ ਸੀ, ਹੈ ਵੀ ਸੱਚ। ਮੌਜੂਦਾ ਸਮੇਂ ਵਿੱਚ ਵੀ ਉਹ ਮੌਜੂਦ ਹੈ, ਨਾਨਕ ਹੋਸੀ ਵੀ ਸੱਚ। ਉਹ ਜਦੋਂ ਇਹ ਸ੍ਰਿਸ਼ਟੀ ਦਾ ਨਾਸ ਹੋਵੇਗਾ, ਕਿਉਂਕਿ ਜਿਹੜੀ ਚੀਜ਼ ਆਪਾਂ ਜੋ ਵੀ ਵਸਤੂ ਦੇਖਦੇ ਹਾਂ, ਖੰਡ ਬ੍ਰਹਿਮੰਡ ਜੋ ਵੀ ਜਿੰਨਾ ਹੈ ਆਕਾਰ ਹੈ, ਇਹ ਸਾਰਾ ਨਾਸਵਤ ਹੈ। ਇਹਨੇ ਇੱਕ ਦਿਨ ਨਾਸ ਹੋਣਾ, ਇਹਨੇ ਖਤਮ ਹੋਣਾ। ਅਤੇ ਜਦੋਂ ਇਹ ਦੁਨੀਆ ਦੀ ਪੈਦਾਇਸ਼ ਖਤਮ ਹੋਵੇਗੀ ਉਦੋਂ ਵੀ ਵਾਹਿਗੁਰੂ ਸੱਚਾ ਹੋਵੇਗਾ, ਉਹ ਸਦਾ ਕਾਇਮ ਰਹਿਣ ਵਾਲਾ ਹੈ। ਇੱਥੇ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਆਦਿ ਪੂਰਨ। ਉਹ ਵਾਹਿਗੁਰੂ ਆਦਿ ਦੇ ਵਿੱਚ ਵੀ ਪੂਰਨ ਹੋ ਕੇ, ਪਰਿਪੂਰਨ ਹੋ ਕੇ ਇਸ ਦੁਨੀਆ ਦੇ ਵਿੱਚ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਮੌਜੂਦ ਸਨ। ਮੱਧ ਪੂਰਨ, ਮੱਧ ਫਿਰ ਜਿਹੜੇ ਆਪਾਂ ਆਦਿ ਸੱਚ ਜੁਗਾਦ ਸੱਚ ਦੇ ਅਰਥ ਕਰਦੇ ਹਾਂ, ਇਹ ਸੇਮ ਹੀ ਅਰਥ ਨੇ ਇਹਨਾਂ ਦੇ। ਮੱਧ ਦੇ ਵਿੱਚ ਜਦੋਂ ਜੁਗਾਂ ਦੀ ਪੈਦਾਸ਼ ਕੀਤੀ ਗਈ, ਉਹ ਵਾਹਿਗੁਰੂ ਅਕਾਲ ਪੁਰਖ ਉਦੋਂ ਵੀ ਪਰਿਪੂਰਨ ਸੀ। ਅੰਤ ਪੂਰਨ ਪਰਮੇਸ਼ਰ ਹੈ। ਜਦੋਂ ਜੁਗਾਂ ਦੀ ਇਹ ਪੈਦਾਸ਼ ਜਿਹੜੀ ਹੈ ਇਸ ਦਾ ਨਾਸ ਹੋਵੇਗਾ ਅਤੇ ਉਸ ਵੇਲੇ ਵੀ ਵਾਹਿਗੁਰੂ ਸੰਪੂਰਨ ਹੋ ਕੇ ਇਸ ਦੁਨੀਆ ਦੇ ਵਿੱਚ ਹੀ ਮੌਜੂਦ ਹੋਵੇਗਾ। ਅਤੇ ਜਿਹੜਾ ਆਦਿ ਸੱਚ ਹੈ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਉਹ ਸੱਚੇ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਹਨ। ਅਤੇ ਫਿਰ ਸਿਮਰੰਤ ਸੰਤ ਸਰਬੱਤਰ ਰਮਣੰ, ਜਿਹੜੇ ਵਾਹਿਗੁਰੂ ਅਕਾਲ ਪੁਰਖ ਸਾਰਿਆਂ ਵਿੱਚ ਜਰੇ ਜਰੇ ਵਿੱਚ ਰਮਿਆ ਹੋਇਆ ਹੈ। ਰਮਣੰ ਦਾ ਅਰਥ ਵੀ ਸਾਰਿਆਂ ਦੇ ਵਿੱਚ ਉਹ ਰਮਿਆ ਹੋਇਆ ਹੈ। ਅਤੇ ਜਿਹੜੇ ਸੰਤ ਹਨ, ਫਿਰ ਸੰਤ ਸਿਮਰੰਤ ਸਰਬੱਤਰ ਰਮਣੰ, ਉਹਦਾ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ, ਉਹਦੀ ਬੰਦਗੀ ਕਰਦੇ ਹਨ, ਜਿਹੜਾ ਜਰੇ ਜਰੇ ਦੇ ਵਿੱਚ ਵਸਿਆ ਹੋਇਆ ਹੈ। ਨਾਨਕ ਅਗਨਾਸਨ ਜਗਦੀਸ਼ਰੈ, ਉਹ ਵਾਹਿਗੁਰੂ ਪਰਮਾਤਮਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਵੀ ਸਮਰੱਥ ਹੈ। ਜਿਹੜਾ ਉਸ ਨੂੰ ਸਿਮਰਦਾ ਹੈ, ਜਿਹੜੇ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੈਠੇ ਹਨ, ਪੰਜ ਚੋਰ, ਉਹਨਾਂ ਨੂੰ ਵਸ ਕਰਨਾ, ਕਾਬੂ ਕਰਨਾ, ਉਹ ਵੀ ਵਾਹਿਗੁਰੂ ਅਕਾਲ ਪੁਰਖ ਦਾ ਜੋ ਇਹ ਮੰਤਰ ਨਾਮ ਹੈ, ਗੁਰਮੰਤਰ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਬਾਣੀ ਬਖਸ਼ਿਸ਼ ਕੀਤੀ ਹੈ। ਉਹ ਕਾਬੂ ਉਸ ਦੇ ਨਾਲ ਹੀ ਆ ਸਕਦੇ ਹਨ, ਹੋਰ ਕੋਈ ਯਤਨ ਨਹੀਂ। ਬਾਹਰਲੇ ਦੁੱਖ ਅਤੇ ਜਿਹੜੇ ਅੰਦਰਲੇ ਜਿਹੜੇ ਇਹ ਵਿਸ਼ੇ ਵਿਕਾਰ ਸਾਨੂੰ ਚਿਮੜੇ ਹੋਏ ਹਨ, ਇਸ ਗੁਰਬਾਣੀ ਦੇ ਨਾਲ ਹੀ ਦੂਰ ਹੋ ਸਕਦੇ ਹਨ। ਪੇਖਣ ਸੁਣਨ ਸੁਣਾਵਣੋ ਮਨ ਮਹਿ ਦ੍ਰਿੜੀਐ ਸਾਚ, ਉਹ ਵਾਹਿਗੁਰੂ ਆਪ ਹੀ ਵੇਖਣ ਵਾਲਾ ਹੈ, ਇਹ ਆਪ ਹੀ ਸੁਣਨ ਵਾਲਾ ਹੈ। ਉਹ ਵਾਹਿਗੁਰੂ ਸਾਡੀਆਂ ਬੇਨਤੀਆਂ ਨੂੰ ਵੀ ਪ੍ਰਵਾਨ ਕਰਦਾ ਅਤੇ ਸੁਣਦਾ ਵੀ ਹੈ। ਸਦ ਸੁਣਦਾ ਸਦ ਵੇਖਦਾ, ਉਹ ਵੇਖ ਵੀ ਰਿਹਾ, ਉਹ ਸੁਣ ਵੀ ਰਿਹਾ ਹੈ। ਇੱਥੇ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ, ਪੇਖਣ ਸੁਣਨ ਸੁਣਾਵਣ, ਆਪ ਹੀ ਉਹ ਸਾਨੂੰ ਵੇਖ ਰਿਹਾ, ਆਪ ਹੀ ਉਹ ਸੁਣਾਉਂਦਾ, ਆਪ ਹੀ ਸੁਣ ਰਿਹਾ ਹੈ। ਮਨ ਮੈਂ ਦ੍ਰਿੜੀਐ ਸਾਚ, ਇਸ ਕਰਕੇ ਤੂੰ ਉਸ ਪਰਮਾਤਮਾ ਨੂੰ ਜੋ ਘਟ ਘਟ ਕੇ ਅੰਤਰ ਕੀ ਜਾਣ ਸਾਲੇ ਦਿਨਾਂ ਦੀਆਂ ਜਾਣਨ ਵਾਲਾ, ਸਾਨੂੰ ਦੇਖਣ ਵਾਲਾ ਹੈ, ਸਾਨੂੰ ਸੁਣਨ ਵਾਲਾ ਹੈ, ਉਹਨੂੰ ਆਪਣੇ ਹਿਰਦੇ ਵਿੱਚ ਕਹਿੰਦੇ ਤੂੰ ਨਾਮ ਜਪ ਕੇ ਮਨ ਮੈਂ ਦ੍ਰਿੜੀਐ ਸਾਚ, ਅਤੇ ਆਪਣੇ ਮਨ ਵਿੱਚ ਪੱਕਾ ਦ੍ਰਿੜ ਕਰ ਲੈ। ਉਹ ਸੱਚਾ ਪਰਮਾਤਮਾ ਹੈ ਅਤੇ ਉਸ ਦੀ ਬੰਦਗੀ ਕਰਕੇ ਤੂੰ
ਆਪਣੇ ਹਿਰਦੇ ਵਿੱਚ ਉਹਨੂੰ ਨਾਮ ਨੂੰ ਟਿਕਾ ਲੈ, ਉਹਨੂੰ ਪਰੋ ਲੈ। ਪੂਰਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਜ। ਉਹ ਪਰਿਪੂਰਨ ਪਰਮਾਤਮਾ ਸਾਰਿਆਂ ਦੇ ਵਿੱਚ ਵਸ ਰਿਹਾ ਹੈ, ਪੂਰਨ ਹੋ ਕੇ ਉਹ ਵਰਤ ਰਿਹਾ ਹੈ ਸਾਰਿਆਂ ਦੇ ਵਿੱਚ। ਅਤੇ ਸੱਚੇ ਪਾਤਸ਼ਾਹ ਜੀ ਕਹਿਣ ਨਾਨਕ ਹਰ ਰੰਗ ਰਾਜ। ਅਤੇ ਤੂੰ ਵੀ ਉਹਦੇ ਰੰਗ ਦੇ ਵਿੱਚ ਤੂੰ ਲੀਨ ਹੋ ਜਾ। ਨਾਮ ਜਪ ਕੇ ਪਰਮਾਤਮਾ ਦੇ ਰੰਗ ਦੇ ਵਿੱਚ ਲੀਨ ਹੋ ਜਾ, ਜੋ ਸਾਰਿਆਂ ਦੇ ਵਿੱਚ ਉਹ ਵਰਤ ਰਿਹਾ ਹੈ। ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਜਿਹੜਾ ਉਹ ਸਾਰਿਆਂ ਦੇ ਅੰਦਰ ਵਸ ਰਿਹਾ ਹੈ, ਸਾਰਿਆਂ ਦੀਆਂ ਦਿਲਾਂ ਦੀਆਂ ਜਾਣਨ ਵਾਲਾ ਹੈ। ਹਰ ਏਕ ਨਿਰੰਜਨ ਗਾਈਐ, ਉਹ ਵਾਹਿਗੁਰੂ ਪਰਮਾਤਮਾ ਜੋ ਮਾਇਆ ਦੀ ਕਾਲਖ ਤੋਂ ਰਹਿਤ ਹੈ। ਕਹਿੰਦੇ ਉਹਨੂੰ ਤੂੰ ਉਹਦਾ ਗੁਣਾਂ ਨੂੰ ਗਾਉਣਾ ਕਰ, ਉਹਦਾ ਸਿਮਰਨ ਕਰ, ਉਹਦਾ ਨਾਮ ਜਪ, ਉਹਨੂੰ ਯਾਦ ਕਰ। ਜੋ ਉਹ ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਵਿੱਚ ਉਹ ਵਸਿਆ ਹੋਇਆ ਹੈ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਉਹ ਸਾਰੇ ਕਾਰਨਾਂ ਦੇ ਕਰਨ ਸਮਰੱਥ ਹੈ, ਜੋ ਕਰੇ ਸੋ ਹੋਈ। ਉਹ ਸਾਰਾ ਕੁਛ ਕਰ ਸਕਦਾ ਹੈ। ਉਹਦੇ ਹੱਥ, ਪਰਮਾਤਮਾ ਦੇ ਹੱਥ ਸਾਰੀ ਸੰਸਾਰ ਦੀ ਜਿਹੜੀ ਡੋਰੀ ਹੈ, ਜਿਹਦੇ ਉਹਨੂੰ ਪੈਦਾ ਕਰਨਾ, ਜਿਹਨੂੰ ਮਾਰਨਾ, ਕਿੰਨੇ ਸਵਾਸ ਦੇਣੇ ਨੇ। ਅਤੇ ਇਹ ਜਿਹੜਾ ਸੰਸਾਰ ਹੈ ਉਹਦੇ ਹੁਕਮ ਦੇ ਵਿੱਚ ਹੀ ਵਰਤ ਰਿਹਾ ਹੈ। ਜੋ ਕਰੇ ਸੋ ਹੋਈ, ਜੋ ਉਸ ਨੂੰ ਚੰਗਾ ਲੱਗਦਾ ਅਤੇ ਉਹ ਪਰਮਾਤਮਾ ਕਰਦਾ, ਅਤੇ ਉਹੀ ਕੁਛ ਉਹਦਾ ਹੁਕਮ ਇਸ ਸੰਸਾਰ ਦੇ ਵਿੱਚ ਵਰਤ ਰਿਹਾ ਹੈ। ਖਿਨ ਮਹਿ ਥਾਪ ਥਾਪ ਦਾ ਤਿਸ ਬਿਨ ਨਹੀਂ ਕੋਈ। ਖਿਣ ਦੇ ਵਿੱਚ ਉਹ ਕਹਿੰਦੇ ਪੈਦਾ ਕਰ ਰਿਹਾ ਅਤੇ ਖਿਣ ਦੇ ਵਿੱਚ ਉਹ ਨਾਸ਼ ਕਰਦਾ। ਉਹ ਇਹਨਾਂ ਗੱਲਾਂ ਕਰਕੇ ਉਹ ਸਮਰੱਥ ਹੈ। ਜਿਹਨੂੰ ਚਾਹਵੇ ਉਹ ਖਿਣ ਦੇ ਵਿੱਚ, ਜੇ ਵਾਹਿਗੁਰੂ ਪਰਮਾਤਮਾ ਚਾਹਵੇ ਤਾਂ ਖਿਣ ਦੇ ਵਿੱਚ ਹੀ ਇਸ ਦੁਨੀਆ ਨੂੰ ਨਾਸ਼ ਕਰ ਸਕਦਾ ਹੈ। ਖਿਣ ਦੇ ਵਿੱਚ ਹੀ ਉਹ ਮਹਾਂਪਟੋ ਲਿਆ ਕੇ ਪਾਣੀ ਪਾਣੀ ਕਰਕੇ ਜਲ ਤੇ ਥਲ ਕਰ ਥਲ ਤੇ ਕੂਆ, ਧਰਤੀ 'ਤੇ ਆਕਾਸ਼ ਚੜਾਵੇ ਚੜ੍ਹ ਆਕਾਸ਼ ਚੜਾਵੇ। ਉਹ ਵਾਹਿਗੁਰੂ ਚਾਹਵੇ ਤਾਂ ਜਿੱਥੇ ਪਹਾੜ ਨੇ ਉੱਥੇ ਨਦੀਆਂ ਵਗਾ ਸਕਦਾ, ਜਿੱਥੇ ਨਦੀਆਂ ਨੇ ਉੱਥੇ ਪਹਾੜ ਪੈਦਾ ਕਰ ਸਕਦਾ ਹੈ। ਉਹ ਸਾਰਾ ਕੁਛ ਉਹਦੇ ਹੱਥ ਦੇ ਵਿੱਚ ਹੀ ਹੈ। ਉਹ ਖਿਣ ਦੇ ਵਿੱਚ ਹੀ ਉਹ ਕੰਮ ਕਰ ਸਕਦਾ ਹੈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ ਕਿ ਉਹ ਖੰਡਾਂ ਬ੍ਰਹਿਮੰਡਾਂ ਵਿੱਚ, ਪਾਤਾਲਾਂ ਵਿੱਚ, ਦੀਪਾਂ ਵਿੱਚ, ਪਹਾੜਾਂ ਵਿੱਚ, ਪਾਣੀਆਂ ਵਿੱਚ, ਨਦੀਆਂ ਵਿੱਚ, ਟੋਇਆਂ ਟਿੱਬਿਆਂ ਦੇ ਵਿੱਚ ਉਹ ਸੱਚੇ ਪਾਤਸ਼ਾਹ ਜੀ ਕਰਨ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਉਹ ਸਾਰਿਆਂ ਦੇ ਵਿੱਚ ਸਾਰੀ ਜਗ੍ਹਾ ਪਰਿਪੂਰਨ ਹੋ ਕੇ ਉਹ ਰਵਿਆ ਹੋਇਆ ਹੈ, ਸਮਾਇਆ ਹੋਇਆ ਹੈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਜਿਸ ਵਾਹਿਗੁਰੂ ਪਰਮਾਤਮਾ ਜਿਸ ਉੱਤੇ ਕਿਰਪਾ ਕਰੇ, ਉਹਦੀ ਜਿਹੜੀ ਮਿਤ ਮਰਜ਼ਾਦਾ ਨੂੰ ਉਹ ਨਿਰਮਲ ਪੁਰਸ਼ ਉਹੀ ਬੁੱਝ ਸਕਦਾ ਹੈ। ਜਿਹਦੇ 'ਤੇ ਵਾਹਿਗੁਰੂ ਪਰਮਾਤਮਾ ਕਿਰਪਾ ਕਰੇ, ਉਹਨੂੰ ਵੀ ਕਰਤਾ ਪੁਰਖ ਦੀ ਜਿਹੜੀ ਮਿਤ ਮਰਜ਼ਾਦਾ ਹੈ ਉਹਨੂੰ ਸੂਝ ਬੂਝ ਪ੍ਰਾਪਤ ਹੁੰਦੀ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਸੀ। ਸੋ ਵਿਚਾਰ ਕਰਦਿਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਵਾਹਿਗੁਰੂ ਦੀ ਜਿਹੜੀ ਇਹ ਬਾਣੀ ਹੈ ਅਗਾਧ ਬੁੱਧ ਹੈ, ਭੁੱਲ ਚੁੱਕ ਦੀ ਖਿਮਾ ਦੇਣੀ। ਆਓ ਹੁਣ ਇੱਥੇ ਸਮਾਪਤੀ ਕਰਦੇ ਹਾਂ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾ ਵਡਿਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਸਾਰਨ ਅੰਗੀਕਾਰੋ, ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਰਹੁ ਵਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਏ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੀ ਸ਼ਬਦ ਕਨੇਰੀ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੁ ਸੰਤੋਖ ਸ਼ਬਦ ਧਰੁ ਪਿਆਰੂ। ਸਾਚਾ ਨਾਮ ਮੇਰਾ ਆਧਾਰੂ, ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤਦ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਜਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਆਨੰਦ ਸੁਨਹੁ ਵਡ ਭਾਗੀਓ, ਸਗਲ ਮਨੋਹਰਤ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ। ਹੋਵੈ ਸਿਫਤ ਖਸਮਦੀ ਨੂਰ ਉਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵਿਸਾਹੋ। ਵਾਹਿਗੁਰੂ ਜੀ। ਜੈਤ ਸ੍ਰੀ ਮਹੱਲਾ ਪੰਜਵਾ। ਵਾਰ ਸਲੋਕਾਂ ਨਾਲ ਇੱਕ ਓੰਕਾਰ। ਸਤਿਗੁਰ ਪ੍ਰਸਾਦਿ ਸਲੋਕ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬੱਤਰ ਰਮਣੰ। ਨਾਨਕ ਅਗਨਾਸਨ ਜਗਦੀਸ਼ਰ ਹੈ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬੱਤਰ ਰਮਣੰ। ਨਾਨਕ ਅਗਨਾਸਨ ਜਗਦੀਸ਼ਰ ਹੈ। ਵੇਖਣ ਸੁਣਨ ਸੁਣਾਵਣੋ ਮਨ ਮਹਿ ਦ੍ਰਿੜੀਐ ਸਾਚ। ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ। ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਖਿਨ ਮੈਂ ਥਾਪ ਥਾਪਦਾ ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।